ਇਸੇ ਟੌਪਿਕ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਹਾਊ ਪਾਰਟੀਸੀਪੈਂਟਸ ਸਾ ਦਾ ਮੂਵਮੈਂਟ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਅਲੱਗ-ਅਲੱਗ ਕਲਾਸਿਸ ਦੇ ਜਿਹੜੇ ਪਾਰਟੀਸੀਪੈਂਟ ਸੀਗੇ ਉਹਨਾਂ ਦਾ ਕੀ ਰੋਲ ਸੀਗਾ। ਅਸੀਂ ਹੁਣ ਤੱਕ ਰਿਚ ਪੈਜ਼ੈਂਟਸ ਦਾ ਰੋਲ ਡਿਸਕਸ ਕੀਤਾ ਹੈ, ਫਿਰ ਪੂਅਰ ਪੈਜ਼ੈਂਟਸ ਦਾ ਰੋਲ ਡਿਸਕਸ ਕੀਤਾ ਹੈ। ਹੁਣ ਥਰਡ ਨੰਬਰ 'ਤੇ ਅਸੀਂ ਬਿਜ਼ਨਸ ਕਲਾਸ ਜਿਹੜੀ ਹੈ, ਵੱਡੇ ਵੱਡੇ ਇੰਡਸਟਰੀ ਓਨਰ ਜਿਹੜੇ ਸੀਗੇ, ਬਿਜ਼ਨਸਮੈਨ ਜਿਹੜੇ ਸੀਗੇ ਵੱਡੇ ਵੱਡੇ, ਉਹਨਾਂ ਦਾ ਕੀ ਰੋਲ ਸੀਗਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ, ਉਹ ਅਸੀਂ ਡਿਸਕਸ ਕਰਾਂਗੇ। ਹਾਊ ਡਿਡ ਦੇ ਰਿਲੇਟ ਟੂ ਦਾ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਨਾਲ ਕੀ ਰਿਲੇਸ਼ਨ ਸੀ ਉਹਨਾਂ ਦਾ। ਕਹਿੰਦਾ ਡਿਊਰਿੰਗ ਦਾ ਫਸਟ ਵਰਲਡ ਵਾਰ ਇੰਡੀਅਨ ਮਰਚੈਂਟਸ ਐਂਡ ਇੰਡਸਟਰੀਅਲਿਸਟ ਹੈਡ ਮੇਡ ਦਾ ਪ੍ਰੋਫਿਟਸ ਐਂਡ ਬਿਕਮ ਪਾਵਰਫੁਲ। ਫਸਟ ਵਰਲਡ ਵਾਰ ਸਾਨੂੰ ਪਤਾ ਹੈ ਕਿ ਜਿਹੜੀ 1914 'ਚ ਬਿਗਿਨ ਹੋਈ ਸੀਗੀ, ਉਸ ਟਾਈਮ 'ਤੇ ਜਿਹੜੇ ਇੰਡੀਆ ਦੇ ਵੱਡੇ ਵੱਡੇ ਇੰਡਸਟਰੀ ਓਨਰ ਸੀਗੇ ਜਾਂ ਵਪਾਰੀ ਸੀਗੇ, ਉਹਨਾਂ ਨੇ ਕਾਫੀ ਪੈਸਾ ਕਮਾਇਆ, ਕਿਉਂਕਿ ਇੰਡੀਆ ਦੇ ਇੰਡਸਟਰੀਜ਼ ਦੇ ਵਿੱਚ ਬਣਿਆ ਹੋਇਆ ਸਮਾਨ ਹੀ ਜਿਹੜਾ ਹੈ ਉਹ ਵਿਕ ਰਿਹਾ ਸੀਗਾ, ਬਾਹਰੋਂ ਆਉਣਾ ਸਮਾਨ ਬੰਦ ਹੋ ਗਿਆ ਸੀਗਾ। ਸੋ ਜਦੋਂ ਵਰਲਡ ਵਾਰ ਖਤਮ ਹੋਈ ਤਾਂ ਦੁਬਾਰਾ ਜਿਹੜਾ ਫਿਰ ਇੰਡੀਆ ਦੀ ਇੰਡਸਟਰੀ ਨੂੰ ਥੋੜ੍ਹਾ ਝਟਕਾ ਲੱਗਾ ਔਰ ਉਹਨਾਂ ਦਾ ਜਿਹੜਾ ਸਮਾਨ ਵਗੈਰਾ ਸੀ ਵਿਕਣਾ ਘੱਟ ਹੋ ਗਿਆ। ਕੀਨ ਔਨ ਐਕਸਪੈਂਡਿੰਗ ਦੇਅਰ ਬਿਜ਼ਨਸ ਦੇ ਨਾਓ ਰਿਐਕਟਡ ਅਗੇਂਸਟ ਦਾ ਕਲੋਨੀਅਲ ਪੋਲਿਸੀਜ਼ ਦੈਟ ਰਿਸਟ੍ਰਿਕਟਡ ਦੇਅਰ ਬਿਜ਼ਨਸ ਐਕਟੀਵਿਟੀਜ਼। ਵਰਲਡ ਵਾਰ 1 ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਨੇ ਕਾਫੀ ਸਾਰੀਆਂ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਸੀ, ਪਾਬੰਦੀਆਂ ਲਗਾ ਦਿੱਤੀਆਂ ਸੀਗੀਆਂ ਇੰਡੀਅਨ ਬਿਜ਼ਨਸ ਔਰ ਇੰਡਸਟਰੀ ਦੇ ਉੱਪਰ। ਸੋ ਇਹ ਇੰਡਸਟਰੀ ਓਨਰ ਚਾਹੁੰਦੇ ਸੀਗੇ ਕਿ ਉਹ ਪਾਬੰਦੀਆਂ ਹਟਾਈਆਂ ਜਾਣ, ਰਿਸਟ੍ਰਿਕਸ਼ਨਸ ਹਟਾਈਆਂ ਜਾਣ। They wanted protection against the imports of foreign goods and a rupee sterling exchange ratio that would discourage imports। ਇਹ ਹੁਣ ਜਿਹੜੇ ਵੱਡੇ ਵੱਡੇ ਇੰਡਸਟਰੀ ਓਨਰ ਸੀਗੇ ਚਾਹੁੰਦੇ ਸੀਗੇ ਕਿ ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਨੂੰ ਪ੍ਰੋਟੈਕਟ ਕਰੇ ਫੋਰਨ ਗੁੱਡਸ ਦੇ ਇੰਪੋਰਟ ਦੇ ਖਿਲਾਫ, ਕਿ ਜਿਹੜਾ ਵਿਦੇਸ਼ਾਂ ਤੋਂ ਜਿਹੜਾ ਕੱਪੜਾ ਆਉਂਦਾ ਹੈ ਜਾਂ ਕੋਈ ਵੀ ਚੀਜ਼ ਆਉਂਦੀ ਹੈ ਜਿਹੜੀ ਕਿ ਹਿੰਦੁਸਤਾਨ 'ਚ ਆ ਕੇ ਵਿਕਦੀ ਹੈ, ਉਹਦੇ ਨਾਲ ਇਹਨਾਂ ਨੂੰ ਨੁਕਸਾਨ ਹੁੰਦਾ ਸੀਗਾ, ਇਹਨਾਂ ਦੀ ਸੇਲ ਘਟਦੀ ਸੀਗੀ। ਸੋ ਇਹ ਚਾਹੁੰਦੇ ਸੀਗੇ ਕਿ ਕੁਛ ਇਸ ਤਰ੍ਹਾਂ ਦੇ ਇਹਨਾਂ ਨੂੰ ਰਾਈਟ ਮਿਲਣ ਕਿ ਇੰਪੋਰਟ ਘਟ ਜਾਵੇ, ਇੰਪੋਰਟ ਦੇ ਉੱਪਰ ਟੈਕਸ ਜ਼ਿਆਦਾ ਕਰ ਦਿੱਤਾ ਜਾਵੇ, ਜਿਹਦੇ ਨਾਲ ਹਿੰਦੁਸਤਾਨ ਦੇ ਜ਼ਿਆਦਾ ਸਮਾਨ ਜਿਹੜਾ ਹੈ ਉਹ ਹਿੰਦੁਸਤਾਨੀ ਇੰਡਸਟਰੀਜ਼ ਦਾ ਹੀ ਵਿਕੇ। ਸੋ ਇਸ ਤਰ੍ਹਾਂ ਦੀਆਂ ਕੁਛ ਇਹਨਾਂ ਦੀਆਂ ਡਿਮਾਂਡਸ ਸੀਗੀਆਂ, ਲੇਕਿਨ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਡਿਮਾਂਡਸ ਨੂੰ ਪੂਰਾ ਨਹੀਂ ਸੀ ਕਰਨਾ ਚਾਹੁੰਦੀ। ਟੂ ਆਰਗੇਨਾਈਜ਼ ਬਿਜ਼ਨਸ ਇੰਟਰਸਟ ਦੇ ਫਾਰਮ ਦਾ ਇੰਡੀਅਨ ਇੰਡਸਟਰੀਅਲ ਐਂਡ ਕਮਰਸ਼ੀਅਲ ਕਾਂਗਰਸ ਇਨ 1920 ਐਂਡ ਦਾ ਫੈਡਰੇਸ਼ਨ ਆਫ ਦਾ ਇੰਡੀਅਨ ਚੈਂਬਰ ਆਫ ਕਮਰਸ ਇਨ ਇੰਡਸਟਰੀਜ਼ ਫਿੱਕੀ ਇਨ 1927। ਆਪਣੇ ਬਿਜ਼ਨਸ ਇੰਟਰਸਟ ਨੂੰ ਬਚਾਉਣ ਦੇ ਲਈ ਇੰਡੀਆ ਦੇ ਵੱਡੇ ਵੱਡੇ ਜਿਹੜੇ ਇੰਡਸਟਰੀ ਓਨਰ ਸੀਗੇ ਉਹਨਾਂ ਨੇ ਆਪਣੀਆਂ ਕੁਛ ਆਰਗੇਨਾਈਜੇਸ਼ਨਸ ਬਣਾਈਆਂ, ਜਿਵੇਂ 1920 ਦੇ ਵਿੱਚ ਉਹਨਾਂ ਨੇ ਬਣਾਈ ਇੰਡੀਅਨ ਇੰਡਸਟਰੀਅਲ ਐਂਡ ਕਮਰਸ਼ੀਅਲ ਕਾਂਗਰਸ। ਇਸੇ ਤਰ੍ਹਾਂ ਹੀ 1927 ਦੇ ਵਿੱਚ ਇਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ, ਫੈਡਰੇਸ਼ਨ ਆਫ ਦਾ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼। ਇਹ ਜਿਹੜੀਆਂ ਆਰਗੇਨਾਈਜੇਸ਼ਨ ਸੀਗੀਆਂ ਇਹਨਾਂ ਦੇ ਲੀਡਰ ਸੀਗੇ ਵੱਡੇ ਵੱਡੇ ਇੰਡਸਟਰੀ ਓਨਰ, ਜਿਵੇਂ ਪੁਰਸ਼ੋਤਮ ਦਾਸ ਠਾਕੁਰ ਦਾਸ ਔਰ ਜੀ.ਡੀ. ਬਿਰਲਾ। The industrialists attacked the colonial control over the Indian economy and supported the civil disobedience movement when it was first launched। ਜਦੋਂ ਗਾਂਧੀ ਜੀ ਨੇ 1930 ਦੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕੀਤੀ ਸੀਗੀ ਤਾਂ ਇੰਡਸਟਰੀ ਓਨਰਸ ਨੇ ਜਿਹੜਾ ਹੈ ਇਸ ਮੂਵਮੈਂਟ ਦਾ ਪੂਰਾ ਸਾਥ ਦਿੱਤਾ, ਇਹਨੂੰ ਸਪੋਰਟ ਕੀਤਾ ਇਸ ਮੂਵਮੈਂਟ ਨੂੰ, ਗਾਂਧੀ ਜੀ ਦੀ ਮੂਵਮੈਂਟ ਨੂੰ, ਔਰ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਜਿਹੜਾ ਹੈ ਆਪਣਾ ਗੁੱਸਾ ਜ਼ਾਹਿਰ ਕੀਤਾ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਉਹਨੇ ਇੰਡੀਅਨ ਇਕੋਨਮੀ ਨੂੰ ਕੰਟਰੋਲ ਕੀਤਾ ਹੋਇਆ ਸੀਗਾ, ਤਰ੍ਹਾਂ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀ ਇੰਡਸਟਰੀਜ਼ ਦੇ ਉੱਪਰ। ਸੋ ਦੇ ਗੇਵ ਫਾਈਨੈਂਸ਼ੀਅਲ ਅਸਿਸਟੈਂਸ ਐਂਡ ਰਿਫਿਊਜ਼ ਟੂ ਬਾਏ ਔਰ ਸੈਲ ਇੰਪੋਰਟਡ ਗੁੱਡਸ। ਸੋ ਇਹ ਜਿਹੜੇ ਇੰਡਸਟਰੀ ਓਨਰ ਸੀਗੇ ਇਹਨਾਂ ਨੇ ਪੈਸੇ ਦੀ ਪੂਰੀ ਮਦਦ ਕੀਤੀ ਕਾਂਗਰਸ ਦੀ, ਪੈਸੇ ਦੇ ਨਾਲ ਮੂਵਮੈਂਟ ਚਲਾਉਣ ਦੇ ਲਈ, ਔਰ ਨਾਲ ਦੀ ਨਾਲ ਇਹਨਾਂ ਨੇ ਜਿਹੜੀਆਂ ਵਿਦੇਸ਼ੀ ਚੀਜ਼ਾਂ ਸੀਗੀਆਂ ਜਾਂ ਵਿਦੇਸ਼ੀ ਰਾ ਮਟੀਰੀਅਲ ਸੀਗਾ ਉਹਨੂੰ ਖਰੀਦਣ ਤੋਂ ਔਰ ਉਹਨੂੰ ਵੇਚਣ ਤੋਂ ਵੀ ਨਾ ਕਰ ਦਿੱਤੀ। ਜਿਹੜੇ ਵਪਾਰੀ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਨਾ ਤਾਂ ਅੰਗਰੇਜ਼ੀ ਕੱਪੜਾ ਖਰੀਦਾਂਗੇ, ਨਾ ਹੀ ਅੰਗਰੇਜ਼ੀ ਕੱਪੜਾ ਵੇਚਾਂਗੇ। Most businessmen came to see Swaraj as a time when colonial restrictions on business would no longer exist। ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਵਾਸਤੇ ਸਵਰਾਜ ਦਾ ਮਤਲਬ ਕੀ ਸੀਗਾ, ਐਸਾ ਟਾਈਮ ਜਦੋਂ ਵਪਾਰ ਦੇ ਉੱਪਰ, ਬਿਜ਼ਨਸ ਦੇ ਉੱਪਰ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੋਏਗੀ। ਜੋ ਬ੍ਰਿਟਿਸ਼ ਗਵਰਨਮੈਂਟ ਨੇ ਲਾਈਆਂ ਹੋਈਆਂ ਨੇ ਰਿਸਟ੍ਰਿਕਸ਼ਨਸ ਖਤਮ ਹੋ ਜਾਣਗੀਆਂ, ਉਹਨਾਂ ਵਾਸਤੇ ਉਹੀ ਸਵਰਾਜ ਸੀਗਾ ਕਿ ਜਿਹੜਾ ਟ੍ਰੇਡ ਹੈ ਉਹ ਫ੍ਰੀ ਹੋ ਜਾਏਗਾ। ਟ੍ਰੇਡ ਐਂਡ ਇੰਡਸਟਰੀ ਵੁੱਡ ਫਲਰਿਸ਼ ਵਿਦਾਊਟ ਕੰਸਟ੍ਰੇਂਟਸ। ਉਹਨਾਂ ਵਾਸਤੇ ਸਵਰਾਜ ਉਹ ਟਾਈਮ ਸੀਗਾ ਜਦੋਂ ਟ੍ਰੇਡ ਅਤੇ ਇੰਡਸਟਰੀ ਜਿਹੜੇ ਨੇ ਬਿਨਾਂ ਕਿਸੇ ਰਿਸਟ੍ਰਿਕਸ਼ਨ ਦੇ ਪ੍ਰੋਗਰੈਸ ਕਰਨਗੇ, ਫ੍ਰੀ ਟ੍ਰੇਡ ਹੋਏਗਾ। ਬਟ ਆਫਟਰ ਦਾ ਫੇਲੀਅਰ ਆਫ ਦਾ ਰਾਊਂਡ ਟੇਬਲ ਕਾਨਫਰੰਸ ਬਿਜ਼ਨਸ ਗਰੁੱਪਸ ਵਰ ਨੋ ਲੋਂਗਰ ਯੂਨੀਫਾਰਮਲੀ ਐਂਥੂਸੀਆਸਟਿਕ। ਤੁਹਾਨੂੰ ਪਤਾ ਹੈ ਕਿ ਗਾਂਧੀ ਜੀ ਨੇ ਇੱਕਦਮ ਮੂਵਮੈਂਟ ਵਾਪਸ ਲੈ ਲਈ ਸੀ, ਰਾਊਂਡ ਟੇਬਲ ਕਾਨਫਰੰਸ ਅਟੈਂਡ ਕਰਨ ਚਲੇ ਗਏ ਸੀਗੇ। ਵਾਪਸ ਜਦੋਂ ਆਏ ਗਾਂਧੀ ਜੀ, ਉਹਨਾਂ ਦੁਬਾਰਾ ਮੂਵਮੈਂਟ ਜਦੋਂ ਸ਼ੁਰੂ ਕੀਤੀ ਤਾਂ ਬਿਜ਼ਨਸਮੈਨ ਨਾਰਾਜ਼ ਹੋ ਚੁੱਕੇ ਸੀਗੇ ਔਰ ਉਹਨਾਂ ਨੇ ਦੁਬਾਰਾ ਜਿਹੜਾ ਹੈ ਪਾਰਟੀਸਪੇਟ ਕਰਨ ਤੋਂ ਗੁਰੇਜ਼ ਕੀਤਾ, ਹੈਜ਼ੀਟੇਟ ਕੀਤਾ। They were apprehensive of the spread of the militant activities and worried about prolonged disruption of business। ਦੁਬਾਰਾ ਉਹਨਾਂ ਨੇ ਕਿਉਂ ਨਹੀਂ ਜੁਆਇਨ ਕੀਤੀ ਇਹ ਮੂਵਮੈਂਟ, ਉਹਦੇ 'ਚ ਕੁਛ ਡਰ ਸੀਗੇ ਕਿ ਤਾਂ ਮਿਲੀਟੈਂਟ ਐਕਟੀਵਿਟੀਜ਼, ਉਹਨਾਂ ਨੇ ਦੇਖਿਆ ਕਿ
ਕਾफ़ੀ ਜ਼ਿਆਦਾ ਵਾਇਲੈਂਸ ਹੋਣੀ ਸ਼ੁਰੂ ਹੋ ਗਈ ਸੀ ਇਸ ਮੂਵਮੈਂਟ ਦੇ ਵਿੱਚ, ਜਿਸ ਕਰਕੇ ਉਹ ਆਪਣੇ ਆਪ ਨੂੰ ਦੂਰ ਰੱਖਣਾ ਚਾਹੁੰਦੇ ਸੀ। ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਡਰ ਸੀਗਾ ਕਿ ਜ਼ਿਆਦਾ ਦੇਰ ਅਸੀਂ ਜਿਹੜਾ ਹੈ ਆਪਣਾ ਬਿਜ਼ਨਸ ਬੰਦ ਨਹੀਂ ਕਰ ਸਕਦੇ, ਉਹਨਾਂ ਨੂੰ ਨੁਕਸਾਨ ਹੋਣ ਦਾ ਡਰ ਸੀਗਾ। ਐਜ਼ ਵੈਲ ਐਜ਼ ਦਾ ਗਰੋਇੰਗ ਇਨਫਲੂਐਂਸ ਆਫ ਸੋਸ਼ਲਿਜ਼ਮ ਅਮੰਗਸਟ ਯੰਗਰ ਮੈਂਬਰਸ ਆਫ ਦਾ ਕਾਂਗਰਸ। ਨਾਲ ਹੀ ਉਹਨਾਂ ਨੂੰ ਇਹ ਵੀ ਡਰ ਸੀਗਾ ਕਿ ਕਾਂਗਰਸ ਦੇ ਜਿਹੜੇ ਨੌਜਵਾਨ ਮੈਂਬਰ ਨੇ ਉਹ ਸੋਸ਼ਲਿਜ਼ਮ ਦੇ ਇਨਫਲੂਐਂਸ 'ਚ ਆ ਰਹੇ ਨੇ, ਸੋਸ਼ਲਿਜ਼ਮ ਨੂੰ ਫੇਵਰ ਕਰ ਰਹੇ ਨੇ, ਜਿਸ ਕਰਕੇ ਉਹ ਪਿਛਾਂਹ ਹਟ ਗਏ। ਕਿਉਂਕਿ ਇੰਡਸਟਰੀ ਓਨਰ ਜਿਹੜੇ ਸੀਗੇ ਜਾਂ ਵੱਡੇ ਬਿਜ਼ਨਸਮੈਨ ਜਿਹੜੇ ਸੀਗੇ ਇਹ ਤਾਂ ਕੈਪੀਟਲਿਜ਼ਮ ਨੂੰ ਫੋਲੋ ਕਰਦੇ ਸੀਗੇ, ਸੋ ਸੋਸ਼ਲਿਜ਼ਮ ਨੂੰ ਇਹ ਆਪਣਾ ਦੁਸ਼ਮਣ ਸਮਝਦੇ ਸੀਗੇ, ਜਿਸ ਕਾਰਨ ਜਿਹੜਾ ਹੈ ਇਹਨਾਂ ਨੇ ਕਾਂਗਰਸ ਤੋਂ ਪਿੱਛੇ ਹੋਣਾ ਸ਼ੁਰੂ ਕਰ ਦਿੱਤਾ। ਸੋ ਅਸੀਂ ਕਹਿ ਸਕਦੇ ਹਾਂ ਕਿ ਬਿਜ਼ਨਸ ਕਲਾਸ ਨੇ ਸ਼ੁਰੂ ਦੇ ਵਿੱਚ ਕਾਫੀ ਜ਼ਿਆਦਾ ਪਾਰਟੀਸਪੇਟ ਕੀਤਾ, ਕਾਂਗਰਸ ਨੂੰ ਬਹੁਤ ਸਪੋਰਟ ਵੀ ਕੀਤਾ ਫਾਈਨੈਂਸ਼ੀਅਲੀ, ਫਿਜ਼ੀਕਲੀ, ਲੇਕਿਨ ਬਾਅਦ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਆਪਣੀ ਸਪੋਰਟ ਲੈਣੀ ਵਾਪਸ ਕਰ ਲਈ। ਹਾਂਜੀ ਬੇਟਾ, ਹੁਣ ਅਸੀਂ ਡਿਸਕਸ ਕਰਾਂਗੇ ਕਿ ਇੰਡਸਟਰੀਜ਼ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਿੰਗ ਕਲਾਸਿਸ ਸੀਗੇ, ਮਤਲਬ ਇੰਡਸਟਰੀ 'ਚ ਕੰਮ ਕਰਨ ਵਾਲੇ ਜਿਹੜੇ ਵਰਕਰ ਸੀ, ਮਜ਼ਦੂਰ ਸੀਗੇ, ਉਹਨਾਂ ਦਾ ਕਿੰਨਾ ਕੁ ਪਾਰਟੀਸਪੇਸ਼ਨ ਸੀਗਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਸੋ ਕਹਿੰਦਾ ਕਿ ਇੰਡਸਟਰੀਅਲ ਵਰਕਿੰਗ ਕਲਾਸਿਸ ਡਿਡ ਨਾਟ ਪਾਰਟੀਸਪੇਟ ਇਨ ਸਿਵਲ ਡਿਸਓਬੀਡੀਐਂਸ ਮੂਵਮੈਂਟ ਇਨ ਲਾਰਜ ਨੰਬਰਸ ਐਕਸੈਪਟ ਇਨ ਦਾ ਨਾਗਪੁਰ ਰੀਜਨ। ਨਾਗਪੁਰ ਦੇ ਇਲਾਕੇ ਨੂੰ ਛੱਡ ਕੇ ਬਾਕੀ ਹਿੰਦੁਸਤਾਨ ਦੇ ਵਿੱਚ ਵਰਕਰਸ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਜ਼ਿਆਦਾ ਹਿੱਸਾ ਨਹੀਂ ਲਿਆ, ਮਤਲਬ ਬਹੁਤ ਘੱਟ ਰੋਲ ਰਿਹਾ ਹੈ ਵਰਕਿੰਗ ਕਲਾਸ ਦਾ ਇਸ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਅੱਗੇ ਕਾਰਨ ਵੀ ਦੱਸੇਗਾ। ਕਹਿੰਦਾ ਇੰਡਸਟਰੀਅਲਿਸਟ ਜਿਹੜੇ ਸੀਗੇ, ਕਾਰਨ ਇਹ ਸੀਗਾ ਕਿ ਜਿਹੜੇ ਇੰਡਸਟਰੀ ਓਨਰ ਸੀਗੇ ਉਹ ਕਾਂਗਰਸ ਦੇ ਕਾਫੀ ਨੇੜੇ ਆ ਚੁੱਕੇ ਸੀਗੇ, ਜਿਸ ਕਾਰਨ ਵਰਕਰਸ ਜਿਹੜੇ ਸੀ ਉਹ ਕਾਂਗਰਸ ਤੋਂ ਦੂਰ ਰਹੇ। ਸਾਨੂੰ ਪਤਾ ਹੈ ਕਿ ਇੰਡਸਟਰੀ ਓਨਰਸ ਤਾਂ ਜ਼ੁਲਮ ਕਰ ਰਹੇ ਸੀਗੇ ਵਰਕਰਸ ਦੇ ਉੱਪਰ, ਅਗਰ ਇੰਡਸਟਰੀ ਦੇ ਮਾਲਿਕ ਕਾਂਗਰਸ ਦੇ ਨੇੜੇ ਹੋਣਗੇ ਤਾਂ ਵਰਕਰ ਆਪਣੇ ਆਪ ਹੀ ਕਾਂਗਰਸ ਤੋਂ ਦੂਰ ਚਲੇ ਗਏ। ਕਹਿੰਦਾ ਲੇਕਿਨ ਇਹਦੇ ਬਾਵਜੂਦ ਕੁਛ ਵਰਕਰਸ ਨੇ ਜ਼ਰੂਰ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਹਿੱਸਾ ਲਿਆ ਸੀਗਾ, ਔਰ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਕੁਛ ਮੂਵਮੈਂਟ ਸੀਗੀਆਂ ਇੰਡਸਟਰੀ ਓਨਰਸ ਦੇ ਖਿਲਾਫ, ਇੰਡਸਟਰੀ ਦੇ ਮਾਲਕਾਂ ਦੇ ਖਿਲਾਫ, ਜਿਹੜੀਆਂ ਉਹਨਾਂ ਕੁਛ ਮੂਵਮੈਂਟ ਚਲਾਈਆਂ ਸੀ ਆਪਣੇ ਰਾਈਟਸ ਵਾਸਤੇ, ਉਹਨਾਂ ਦੇ ਵਿੱਚ ਉਹਨਾਂ ਨੇ ਗਾਂਧੀ ਜੀ ਦੇ ਕੁਛ ਪ੍ਰੋਗਰਾਮਸ ਨੂੰ ਅਪਣਾਇਆ ਸੀਗਾ। ਜਿਵੇਂ ਉਹਨਾਂ ਨੇ ਵਿਦੇਸ਼ੀ ਕੱਪੜੇ ਦਾ ਬਾਈਕਾਟ ਕੀਤਾ ਸੀਗਾ ਔਰ ਇਹਨੂੰ ਆਪਣੀ ਮੂਵਮੈਂਟ ਦਾ ਹਿੱਸਾ ਬਣਾਇਆ ਸੀਗਾ। ਪਲੱਸ ਲੋ ਵੇਜਿਸ ਦੇ ਖਿਲਾਫ ਜਿਹੜੀ ਉਹਨਾਂ ਨੇ ਮੂਵਮੈਂਟ ਚਲਾਈ ਸੀ, ਇੰਡਸਟਰੀ ਮਾਲਕ ਬਹੁਤ ਘੱਟ ਪੈਸਾ ਦਿੰਦੇ ਸੀਗੇ ਵਰਕਰਸ ਨੂੰ, ਜਿਸ ਕਰਕੇ ਉਹਨਾਂ ਨੇ ਆਪਣੇ ਰਾਈਟਸ ਵਾਸਤੇ ਕੁਛ ਮੂਵਮੈਂਟਸ ਚਲਾਈਆਂ ਸੀਗੀਆਂ ਔਰ ਉਹਨਾਂ ਮੂਵਮੈਂਟਸ ਦੇ ਵਿੱਚ ਉਹਨਾਂ ਨੇ ਗਾਂਧੀ ਜੀ ਦੇ ਆਈਡੀਆਜ਼ ਨੂੰ ਅਪਣਾਇਆ। ਉਹਨਾਂ ਨੇ ਬਹੁਤ ਸਾਰੀਆਂ ਸਟ੍ਰਾਈਕਸ ਕੀਤੀਆਂ ਸੀਗੀਆਂ। ਇਸੇ ਤਰ੍ਹਾਂ ਐਗਜ਼ਾਮਪਲ ਦੇ ਰਿਹਾ ਹੈ ਕਿ 1930 ਦੇ ਵਿੱਚ ਰੇਲਵੇ ਵਰਕਸ਼ਾਪ ਦੇ ਵਿੱਚ ਵਰਕਰਸ ਨੇ ਸਟ੍ਰਾਈਕ ਕੀਤੀ। ਇਸੇ ਤਰ੍ਹਾਂ 1932 ਦੇ ਵਿੱਚ ਡੌਕ ਵਰਕਰਸ ਨੇ, ਜਿੱਥੇ ਸ਼ਿਪਸ ਦੀ ਲੋਡਿੰਗ ਅਨਲੋਡਿੰਗ ਹੁੰਦੀ ਹੈ ਕਿਨਾਰੇ ਦੇ, ਉੱਥੇ ਕੁਝ ਵਰਕਰਸ ਨੇ ਸਟ੍ਰਾਈਕਸ ਕੀਤੀਆਂ ਸੀਗੀਆਂ ਆਪਣੇ ਰਾਈਟਸ ਨੂੰ ਲੈ ਕੇ। 1930 ਦੇ ਵਿੱਚ ਹਜ਼ਾਰਾਂ ਹੀ ਵਰਕਰਸ ਨੇ ਛੋਟਾ ਨਾਗਪੁਰ ਦੀਆਂ ਟੀਨ ਮਾਈਨਸ ਦੇ ਵਿੱਚ ਜਿਹੜਾ ਹੈ ਸਟ੍ਰਾਈਕਸ ਕੀਤੀਆਂ। ਉੱਥੇ ਉਹਨਾਂ ਨੇ ਗਾਂਧੀ ਕੈਪਸ ਪਹਿਨੀਆਂ ਔਰ ਉਹਨਾਂ ਨੇ ਰੈਲੀਜ਼ ਕੀਤੀਆਂ ਔਰ ਨਾਲ ਦੀ ਨਾਲ ਬਾਈਕਾਟ ਕੈਂਪੇਨ ਦੇ ਵਿੱਚ ਵੀ ਹਿੱਸਾ ਲਿਆ। ਲੇਕਿਨ ਕਹਿੰਦਾ ਕਿ ਕਾਂਗਰਸ ਜਿਹੜੀ ਸੀਗੀ ਉਹ ਇਸ ਮੂਵਮੈਂਟ ਦੇ ਦੌਰਾਨ ਵਰਕਰਸ ਨੂੰ ਆਪਣੇ ਨਾਲ ਸ਼ਾਮਿਲ ਕਰਨਾ ਨਹੀਂ ਸੀ ਚਾਹੁੰਦੀ। ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਅਗਰ ਅਸੀਂ ਵਰਕਰਸ ਨੂੰ ਆਪਣੇ ਨਾਲ ਮਿਲਾਇਆ ਤਾਂ ਜਿਹੜੇ ਇੰਡਸਟਰੀਅਲਿਸਟ ਨੇ, ਵੱਡੇ ਵੱਡੇ ਇੰਡਸਟਰੀ ਮਾਲਕ ਨੇ, ਜਿਨ੍ਹਾਂ ਕੋਲ ਉਹਨਾਂ ਨੂੰ ਪੈਸਾ ਆ ਰਿਹਾ ਸੀ ਮੂਵਮੈਂਟ ਚਲਾਉਣ ਵਾਸਤੇ, ਉਹ ਨਾਰਾਜ਼ ਹੋ ਜਾਣਗੇ ਔਰ ਜਿਸ ਕਾਰਨ ਜਿਹੜਾ ਹੈ ਮੂਵਮੈਂਟ ਦੀ ਜਿਹੜੀ ਫੋਰਸ ਹੈ ਉਹ ਘਟ ਜਾਏਗੀ। ਸੋ ਇੰਡਸਟਰੀ ਓਨਰਸ ਨੂੰ ਨਾਰਾਜ਼ ਨਾ ਕਰਨ ਵਾਸਤੇ ਕਾਂਗਰਸ ਨੇ ਵਰਕਰਸ ਨੂੰ ਇਗਨੋਰ ਕੀਤਾ, ਜਿਸ ਕਰਕੇ ਵਰਕਰਸ ਦਾ ਰੋਲ ਬੜਾ ਮਿਨੀਮਲ ਰਿਹਾ, ਬਹੁਤ ਹੀ ਘੱਟ ਰਿਹਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਇਸ ਤੋਂ ਅੱਗੇ ਦੇਖਾਂਗੇ ਅਸੀਂ ਕਿ ਵਿਮਨ ਦਾ ਕੀ ਰੋਲ ਰਿਹਾ ਹੈ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਸਾਈਡ ਦੇ ਉੱਪਰ ਬਲੂ ਕਲਰ ਦੇ ਵਿੱਚ ਕੁਛ ਇੰਪੋਰਟੈਂਟ ਈਵੈਂਟਸ ਆਫ ਇੰਡੀਅਨ ਹਿਸਟਰੀ ਦਿੱਤੇ ਹੋਏ ਨੇ ਇਸ ਟਾਈਮ ਦੇ, ਨਾਲ ਉਹਨਾਂ ਦੀਆਂ ਡੇਟਸ ਈਅਰਸ ਦਿੱਤੇ ਹੋਏ ਨੇ। ਇਹ ਤੁਸੀਂ ਧਿਆਨ ਨਾਲ ਲਰਨ ਕਰ ਲੈਣੇ ਆ, ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣੇ ਆ। ਇਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਲੇਕਿਨ ਉਹਨਾਂ ਨੇ ਜਸਟ ਇੱਕ ਰਿਮਾਈਂਡਰ ਦਿੱਤਾ ਹੋਇਆ ਤੁਹਾਨੂੰ। ਸੋ ਦੇਖਦੇ ਹਾਂ ਕਿ ਵਿਮਨ ਦਾ ਕੀ ਰੋਲ ਰਿਹਾ 1930 ਦੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਸੋ ਕਹਿੰਦਾ ਕਿ ਲਾਰਜ ਸਕੇਲ ਪਾਰਟੀਸਪੇਸ਼ਨ ਸੀ ਵਿਮਨ ਦੀ, ਵਿਮਨ ਨੇ ਬਹੁਤ ਜ਼ਿਆਦਾ ਪਾਰਟੀਸਪੇਟ ਕੀਤਾ ਇਸ ਮੂਵਮੈਂਟ ਦੇ ਵਿੱਚ। ਜਦੋਂ ਗਾਂਧੀ ਜੀ ਨੇ ਸਾਲਟ ਮਾਰਚ ਕੀਤਾ ਸੀਗਾ ਗੁਜਰਾਤ ਦੇ ਵਿੱਚ, ਉਸ ਟਾਈਮ 'ਤੇ ਹਜ਼ਾਰਾਂ ਵਿਮਨ ਜਿਹੜੀਆਂ ਸੀਗੀਆਂ ਉਹ ਘਰਾਂ ਤੋਂ ਬਾਹਰ ਆਈਆਂ ਔਰ ਗਾਂਧੀ ਜੀ ਦਾ ਭਾਸ਼ਣ ਉਹਨਾਂ ਨੇ ਸੁਣਿਆ, ਸਪੀਚ ਸੁਣੀ। ਜਿਹੜੇ ਪ੍ਰੋਟੈਸਟ ਮਾਰਚ ਹੋਏ ਮੂਵਮੈਂਟ ਦੇ, ਉਹਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ। ਮੈਨੂਫੈਕਚਰਡ ਸਾਲਟ, ਨਮਕ ਬਣਾਉਣ ਦੇ ਵਿੱਚ ਪਾਰਟੀਸਪੇਟ ਕੀਤਾ ਉਹਨਾਂ ਨੇ। ਦੈਨ ਉਹਨਾਂ ਨੇ ਵਿਦੇਸ਼ੀ ਕੱਪੜੇ ਦੀਆਂ ਜਿਹੜੀਆਂ ਦੁਕਾਨਾਂ ਸੀਗੀਆਂ ਜਾਂ ਸ਼ਰਾਬ 'ਤੇ ਜਿਹੜੀਆਂ ਦੁਕਾਨਾਂ ਸੀਗੀਆਂ ਉਹਨਾਂ ਨੂੰ ਬੰਦ ਕਰਵਾਇਆ। ਵੈਂਟ ਟੂ ਜੇਲ, ਬਹੁਤ ਸਾਰੀਆਂ ਔਰਤਾਂ ਪਕੜੀਆਂ ਗਈਆਂ, ਅਰੈਸਟ ਹੋਈਆਂ, ਜੇਲ੍ਹ ਗਈਆਂ। ਸ਼ਹਿਰੀ ਏਰੀਆ ਦੇ ਵਿੱਚ, ਅਰਬਨ ਏਰੀਆ ਦੇ ਵਿੱਚ ਵਿਮਨ ਜਿਹੜੀਆਂ ਸੀਗੀਆਂ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਹੈ, ਜ਼ਿਆਦਾਤਰ ਹਾਈ ਕਾਸਟ ਫੈਮਲੀਜ਼ ਸੀਗੀਆਂ, ਉੱਚੀ ਜਾਤੀ ਵਾਲੀਆਂ ਫੈਮਲੀਜ਼ ਦੇ ਵਿੱਚੋਂ ਸੀਗੀਆਂ, ਹਾਈ ਕਲਾਸਿਸ 'ਚੋਂ। ਰੂਰਲ ਏਰੀਆ, ਪੇਂਡੂ ਏਰੀਆ ਦੀ ਗੱਲ ਕਰੀਏ ਤਾਂ ਉੱਥੋਂ ਵੀ ਜ਼ਿਆਦਾਤਰ ਜਿਹੜੀਆਂ ਔਰਤਾਂ ਸੀਗੀਆਂ ਉਹ ਰਿਚ ਪੈਜੈਂਟਸ
ਦੀਆਂ ਬੇਟੀਆਂ ਸੀਗੀਆਂ ਜਾਂ ਪਤਨੀਆਂ ਸੀਗੀਆਂ, ਅਮੀਰ ਕਿਸਾਨਾਂ 'ਚੋਂ ਹੀ ਸੀਗੀਆਂ ਜ਼ਿਆਦੀਆਂ। ਗਾਂਧੀ ਜੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇੰਸਪਾਇਰ ਕੀਤਾ ਸੀ ਵਿਮਨ ਨੂੰ, ਔਰ ਉਹ ਸੋਚਦੀਆਂ ਸੀਗੀਆਂ ਕਿ ਦੇਸ਼ ਦੀ ਸੇਵਾ ਜਿਹੜੀ ਹੈ ਹਰ ਇੱਕ ਔਰਤ ਦਾ ਇੱਕ ਪਵਿੱਤਰ ਫਰਜ਼ ਹੈ। ਲੇਕਿਨ ਇਹਦੇ ਬਾਵਜੂਦ ਕਹਿੰਦਾ ਹੈ ਕਿ ਕੋਈ ਵੱਡੀ ਚੇਂਜ ਨਹੀਂ ਆਈ ਵਿਮਨ ਦੀ ਪੋਜੀਸ਼ਨ ਦੇ ਵਿੱਚ, ਚਾਹੇ ਕਿ ਉਹਨਾਂ ਨੇ ਬਹੁਤ ਜ਼ਿਆਦਾ ਪਾਰਟੀਸਪੇਟ ਕੀਤਾ ਇਸ ਮੂਵਮੈਂਟ ਦੇ ਵਿੱਚ, ਲੇਕਿਨ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਸੋਚ ਸੀ ਉਹ ਪੁਰਾਣੇ ਟਾਈਪ ਦੀ ਸੀਗੀ। ਈਵਨ ਗਾਂਧੀ ਜੀ ਸੋਚਦੇ ਸੀਗੇ ਕਿ ਔਰਤ ਦੀ ਮੇਨ ਡਿਊਟੀ ਜਿਹੜੀ ਹੈ ਉਹ ਸਿਰਫ ਘਰ ਨੂੰ ਦੇਖਣਾ ਹੈ ਔਰ ਅੱਛੀਆਂ ਮਦਰਸ ਬਣਨਾ ਹੈ, ਅੱਛੀਆਂ ਵਾਈਫਸ ਬਣਨਾ ਹੀ ਹੈ। For a long time the Congress was reluctant to allow women to hold any position of authority within the organization। ਬਹੁਤ ਲੰਬੇ ਟਾਈਮ ਤੱਕ ਕਾਂਗਰਸ ਜਿਹੜੀ ਸੀਗੀ ਇਹਨੇ ਖੁਦ ਔਰਤਾਂ ਨੂੰ ਕੋਈ ਹਾਈ ਆਫਿਸ ਨਹੀਂ ਪ੍ਰੋਵਾਈਡ ਕੀਤਾ। ਈਵਨ ਕਾਂਗਰਸ ਦੇ ਵਿੱਚ ਜਿਵੇਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜ਼ਿਆਦਾਤਰ ਔਰਤਾਂ ਨੂੰ ਨਹੀਂ ਸੀ ਬਣਾਇਆ ਜਾਂਦਾ ਰਿਹਾ। ਇਟ ਵਾਜ਼ ਕੀਨ ਓਨਲੀ ਔਨ ਦੇਅਰ ਸਿੰਬੋਲਿਕ ਪ੍ਰੈਜ਼ੈਂਸ। ਕਾਂਗਰਸ ਜਿਹੜੀ ਸੀ ਉਹ ਵੀ ਜ਼ਿਆਦਾ ਮੇਲ ਨੂੰ ਹੀ ਪ੍ਰੈਫਰ ਕਰਦੀ ਰਹੀ ਸੀਗੀ ਜ਼ਿਆਦਾਤਰ, ਔਰ ਵਿਮਨ ਦੀ ਜਿਹੜੀ ਪ੍ਰੈਜ਼ੈਂਸ ਸੀ ਉਹ ਸਿੰਬੋਲਿਕ ਸੀਗੀ, ਬਹੁਤ ਘੱਟ ਰਹੀ ਸੀਗੀ ਪ੍ਰੈਜ਼ੈਂਸ। ਸੋ ਉਸ ਟਾਈਮ 'ਤੇ ਜਿਹੜਾ ਹੈ ਕਿਉਂਕਿ ਸੁਸਾਇਟੀ ਦੀ ਸੋਚ ਇਹ ਸੀਗੀ ਕਿ ਵਿਮਨ ਨੂੰ ਘਰ ਦੇ ਵਿੱਚ ਹੀ ਜ਼ਿਆਦਾ ਰੱਖਿਆ ਜਾਂਦਾ ਸੀਗਾ। ਸੋ ਇਸ ਤਰ੍ਹਾਂ ਅਸੀਂ ਡਿਫਰੈਂਟ ਕਲਾਸਿਸ ਦਾ ਰੋਲ ਪੜ੍ਹਿਆ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ, ਜਿਵੇਂ ਰਿਚ ਪੈਜ਼ੈਂਟਸ, ਪੂਅਰ ਪੈਜ਼ੈਂਟਸ, ਬਿਜ਼ਨਸ ਕਲਾਸਿਸ, ਵਰਕਰਸ ਅਤੇ ਵਿਮਨ। ਇੱਕ ਬਹੁਤ ਹੀ ਇੰਪੋਰਟੈਂਟ ਹੈ, ਇਹਨਾਂ ਨੂੰ ਡਿਫਰੈਂਟ ਕਲਾਸਿਸ ਨੂੰ ਬੜੇ ਧਿਆਨ ਨਾਲ ਪੜ੍ਹਨਾ। ਥੈਂਕ ਯੂ। ਔਰ ਉੱਪਰ ਇੱਕ ਪਿਕਚਰ ਦਿੱਤੀ ਹੋਈ ਹੈ। ਇਸ ਪਿਕਚਰ ਤੁਸੀਂ ਦੇਖ ਸਕਦੇ ਹਾਂ ਕਿ ਵਿਮਨ ਕਿਵੇਂ ਲਾਰਜ ਨੰਬਰ ਦੇ ਵਿੱਚ ਪਾਰਟੀਸਪੇਟ ਕਰ ਰਹੀਆਂ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਔਰ ਇਹ ਨੈਸ਼ਨਲ ਪ੍ਰੋਸੈਸ਼ਨ ਦੀ ਇੱਕ ਪਿਕਚਰ ਹੈ, ਇੱਕ ਜਲਸਾ ਜਾ ਰਿਹਾ ਪ੍ਰੋਟੈਸਟ ਪ੍ਰੋਸੈਸ਼ਨ। ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਬਹੁਤ ਸਾਰੀਆਂ ਵਿਮਨ ਨੇ, ਔਰ ਉਹ ਜਿਹੜੀਆਂ ਨੇ ਅਸੀਂ ਦੇਖ ਸਕਦੇ ਹਾਂ ਕਿਵੇਂ ਘਰਾਂ ਤੋਂ ਬਾਹਰ ਨਿਕਲ ਕੇ ਪਬਲਿਕ ਫੀਲਡ ਦੇ ਵਿੱਚ ਆਈਆਂ ਔਰ ਉਹਨਾਂ ਨੇ ਜਿਹੜਾ ਹੈ ਆਪਣਾ ਪ੍ਰੋਟੈਸਟ ਕੀਤਾ। ਕਹਿੰਦਾ ਅਮੰਗਸਟ ਦ ਮਾਰਚਰਸ ਯੂ ਕੈਨ ਸੀ ਮੈਨੀ ਓਲਡ ਵਿਮਨ। ਇਹਨਾਂ ਵਿੱਚ ਬਹੁਤ ਸਾਰੀਆਂ ਬੁੱਢੀਆਂ ਔਰਤਾਂ ਵੀ ਨੇ ਪਿਕਚਰ ਦੇ ਵਿੱਚ, ਮਦਰਸ ਨੇ ਜਿਨ੍ਹਾਂ ਨੇ ਬੱਚੇ ਉਠਾਏ ਹੋਏ ਨੇ। ਸੋ ਅਸੀਂ ਦੇਖ ਸਕਦੇ ਹਾਂ ਕਿ ਵਿਮਨ ਜਿਹੜੀਆਂ ਨੇ ਉਹਨਾਂ ਨੇ ਕਾਫੀ ਪਾਰਟੀਸਪੇਟ ਕੀਤਾ ਸੀਗਾ। ਸੋ ਦਿਸ ਵਾਜ਼ ਆਲ ਅਬਾਊਟ ਦਾ different classes participating in the civil disobedience movement. Thank you.